ये यह जिहा बंदा है, ये जिहा धाकड़ बंदा है, ਤੁਹਾਨੂੰ ਲੱਗਦਾ ਇਹਦੇ ਨਾਲ ਕੋਈ ਧੱਕਾ ਕਰਨਾ? मैं ਤੁਹਾਨੂੰ कहना ਜਿਹੜੇ भी अफसर ਜਿਹੜੇ ਧੱਕਾਸ਼ਾਹੀ ਕਰਦੇ ਅਸੀਂ ਉਹਨਾਂ ਨੂੰ ਠੋਕਾਂ, ਬਸ ਇਹ ਕਹਿ। ਡਾਇਨੋਸਾਰਾਂ ਦਾ ਨਾਮ ਸੁਣਿਆ ਜੀ? ਡਾਇਨੋਸਾਰ ਪਤਾ ਨਾ ਸਾਰੇ? ਡਾਇਨੋਸਾਰ ਮੁੜ ਜੰਮ ਕੇ ਦੁਬਾਰਾ ਧਰਤੀ ਤੇ ਆ ਸਕਦੇ ਆ, ਬਾਦਲ ਸਰਕਾਰ ਨਹੀਂ ਆਉਂਦੀ ਦੁਬਾਰਾ ਹੈ। ਉਹ ਤਾਂ ਅਸੀਂ ਕੱਢਿਆ, ਕਿਹਨੇ ਕਿਹਾ ਗਿਆ ਤੇ ਚਲੋ ਬਾਹਰ ਅਸੀਂ ਕੱਢਿਆ। ਮੇਰਾ ਆਪਦਾ ਮੁੰਡਾ ਪਹਿਲੇ ਦਿਨ ਐਡਵੋਕੇਟ ਜਨਰਲ ਬਣਾਇਆ ਸੀ, ਅਸਤੀਫਾ ਦੇ ਕੇ ਚਲਾ ਗਿਆ। 40,000 ਕਮਾਉਂਦਾ, ਬਹੁਤ ਖੁਸ਼ ਹੈ। ਸਿੱਧੂ ਨੂੰ ਨੀਹਾਂ 'ਚ ਚੁਣ ਦਿਓ, ਰੌਲਾ ਹੀ ਕੋਈ ਨਹੀਂ। ਪਰ ਜੇ ਸ਼ਗੂਫੇ ਦੇ ਕੇ ਸੱਤਾ 'ਚ ਆਉਣ ਲਈ ਸਰਕਾਰ ਬਣਾਉਣੀ ਹੈ, ਸਿੱਧੂ ਹੈ ਨਹੀਂ। 1000 ਰੁਪਈਆ ਤੂੰ ਇੱਥੇ ਲੋਲੀਪੌਪ ਕਿਉਂ? ਇਲੈਕਸ਼ਨ ਦਾ ਸੀਜ਼ਨ ਹੈ ਤਾਂ ਕਰ ਗਿਆ। ਤੂੰ ਆਪਣੇ ਕਿਤੇ ਦਿੱਲੀ 'ਚ ਦਿੱਤੀ ਹੈ? ਆਈ ਤਾਮਿਲਨਾਡੂ 'ਚ ਸ਼ਰਾਬ ਜਦੋਂ ਵਿਕਦੀ ਹੈ, ਬੋਟਲ ਦੇ ਉੱਤੇ ਇੱਕ ਚਿੱਪ ਲੱਗੀ ਹੁੰਦੀ ਹੈ। ਅੱਧਾ ਕਿਲੋਮੀਟਰ ਬੋਟਲ ਜਾਂਦੀ ਹੈ, ਜੇ ਇੱਧਰ ਉੱਧਰ ਹੁੰਦੀ ਹੈ ਪਾੜਦੇ ਨੇ ਨਾਲ ਦੀ ਨਾਲ। ਇੱਥੇ ਘਰੇ 200 ਦੀ ਬਣਾਉਂਦੇ ਆ, ਉੱਤੇ ਲੇਬਲ ਲਾਉਂਦੇ ਆ, 2000 ਦੀ ਵੇਚਦੇ ਆ। ਬੜੇ ਲੋਕ ਨੇ ਇਹੋ ਜਿਹੇ ਜਿਨ੍ਹਾਂ ਦੀਆਂ ਸੀਟਾਂ ਤੈਅ ਨੇ। ਹੁਣ ਤੁਸੀਂ ਮੈਨੂੰ ਇਹ ਕਹੋ ਵੀ ਰਾਜੇ ਵੜਿੰਗ ਦੀ ਸੀਟ ਤੈਅ ਨਹੀਂ, ਫਿਰ ਮੈਨੂੰ ਐਲਾਨਣ ਦੀ ਕੀ ਲੋੜ ਹੈ? ਫਿਰ ਪ੍ਰੂਫ ਦੇਣ ਦੀ ਕੀ ਲੋੜ ਹੈ? ਸੂਰਜ ਕਦੇ ਇਹ ਪ੍ਰਮਾਣ ਦਿੰਦਾ, ਉਹਦੇ 'ਚ ਪ੍ਰਕਾਸ਼ ਹੈ, ਉਹਦੇ ਕੰਮ ਪ੍ਰਮਾਣ ਨੇ। ਲਾਡੀ ਬਾਰੇ ਮੈਂ ਇੱਕ ਗੱਲ ਕਹੂੰਗਾ ਕਿ ਜਿਵੇਂ ਸੋਨਾ ਅੱਗ 'ਚ ਪੈ ਕੇ ਕੁੰਦਨ ਬਣਦਾ ਨਾ, ਲਾਡੀ ਪਿਛਲੇ 5 ਸਾਲਾਂ ਦੇ ਸੰਘਰਸ਼ ਨਾਲ ਕੁੰਦਨ ਬਣ ਚੁੱਕਿਆ ਤੇ ਅਸੀਂ ਇਹਨੂੰ ਹਾਰ ਬਣਾ ਕੇ ਲੋਕਾਂ ਦੇ ਗਲ 'ਚ ਪਾਉਣਾ। ਅਸੀਂ ਇਸ ਹਲਕੇ ਨੂੰ ਕੋਈ ਜਾਨਦਾਰ ਸ਼ਾਨਦਾਰ ਵਾਰਿਸ ਦੇਣਾ। ਇਹ ਮੇਰੀ ਆਵਾਜ਼ ਨਹੀਂ, ਗਲਤਫਹਿਮੀ 'ਚ ਨਾ ਰਹੀਓ ਵੀ ਸਿੱਧੂ ਕਿਤੇ ਆ ਕੇ ਇਹਦੇ ਤਗਮਾ ਲਾ ਗਿਆ। ਇਹ ਧਰਤੀ ਪੁੱਤਰ ਹੈ ਤੇ ਧਰਤੀ ਪਾੜ ਕੇ ਆਵਾਜ਼ ਆਈ ਹੈ। ਜੇ ਰਾਜਾ ਵੜਿੰਗ ਛਾਤੀ ਠੋਕ ਕੇ ਕਹਿੰਦਾ ਵੀ ਇਸ ਹਲਕੇ ਦੇ ਵਿੱਚ ਕੋਈ ਆਵਾਜ਼ ਆਉਂਦੀ ਹੈ, ਲੋਕਾਂ ਦੀ ਰਿਸਪੌਂਸਿਵਨੈਸ ਦੇਖੀ ਸੀ ਤੁਸੀਂ? ਰੈਲੀ ਦੀ ਜਿਹੜਾ ਚਾਰਜ ਹੈ, ਜਿਹਨੂੰ ਕਹਿੰਦੇ ਨੇ ਆਪਾਂ ਚਾਰਜ ਕਰੰਟ, ਉਹ ਵੇਖਿਆ ਸੀ ਤੁਸੀਂ? Therefore it is not something that I have said, it is the voice of the people which is the voice of God। ਐਂਡ ਲੋਕਤੰਤਰ 'ਚ ਲੋਕਾਂ ਦੀ ਆਵਾਜ਼ ਨੂੰ ਹੀ ਸੁਣਨਾ ਜ਼ਰੂਰੀ ਹੈ, ਨਬਜ਼ ਫੜਨੀ ਜ਼ਰੂਰੀ ਹੈ। ਤੇ ਲੋਕਾਂ ਦੀ ਆਵਾਜ਼ ਜਿਹੜੀ ਹੈ, ਮੈਂ ਐਜ਼ ਪਾਰਟੀ ਪ੍ਰੈਜ਼ੀਡੈਂਟ ਮੈਂ ਲੋਕਾਂ ਦੀ ਆਵਾਜ਼ ਨੂੰ ਹੀ ਬੁਲੰਦ ਕਰਦਾ। ਇੱਕ ਇੱਕ ਕਰਕੇ ਭਾਜੀ, ਇੱਕ ਮਿੰਟ ਸੁਣੋ, ਇੱਕ ਇੱਕ ਕਰਕੇ ਭਾਜੀ ਮੈਂ ਸਾਰਿਆਂ ਦੇ ਉੱਤਰ ਦਊਂਗਾ। ਤੁਸੀਂ ਇੱਕ ਥੋੜੀ ਗੁਜ਼ਾਰਿਸ਼ ਹੈ ਭਾਈ, ਇੱਕ ਇੱਕ ਕਰਕੇ ਪੁੱਛੋ ਜੀ। ਹਾਂਜੀ ਹਾਂਜੀ 10,000 ਕਰੋੜ ਡਿਵੈਲਪਮੈਂਟ ਲਈ ਬਚਦਾ। ਸੋ ਵਾਟਸ ਦਾ ਰੋਡ ਮੈਪ ਕਿ ਆਪਾਂ ਜਿਹੜੇ ਮਾਫੀਆਜ਼ ਨੇ ਮਨੀ ਗੋਇੰਗ ਡਾਊਨ ਦੀ ਡ੍ਰੇਨ, ਸੋ ਹਾਊ ਆਰ ਦਾ ਮਾਫੀਆਜ਼ ਆਰ ਸਿੰਪਲ, ਵੈਰੀ ਸਿੰਪਲ ਸਰ। 2002 ਦੇ ਵਿੱਚ ਆਈ ਐਮ ਆਨਸਰਿੰਗ ਯੂ, ਪਲੀਜ਼ ਟੇਕ ਇਟ ਡਾਊਨ। ਆਈ ਐਮ ਆਨਸਰਿੰਗ ਵਿਦ ਕਨਵਿਕਸ਼ਨ, ਆਈ ਐਮ ਆਨਸਰਿੰਗ with a lot of confidence after a lot of research. 17 years of struggle has led me to a day where I have the Punjab model and I have solutions. I know the problem and I know the solutions. 2002 ਸਰ ਪੰਜਾਬ ਕਮਾਉਂਦਾ ਸੀ। ਮੈਂ ਪਹਿਲੀ ਗੱਲ ਮੈਂ ਹਰ ਥਾਂ ਤੇ ਕਹਿੰਦਾ ਸ਼ਰਾਬ ਦੇ ਹੱਕ 'ਚ ਨਹੀਂ, ਮੈਂ ਸ਼ਰਾਬ ਪੀਂਦਾ ਵੀ ਨਹੀਂ। ਮੇਰੇ ਫਾਦਰ ਨੇ ਕੋਟਾ ਖਤਮ ਕਰਤਾ, ਠੀਕ ਹੈ ਕਿ ਨਹੀਂ? ਲੇਕਿਨ ਅਗਰ ਵਿਕਦੀ ਹੈ ਤੇ ਸਟੇਟ ਦੇ ਖਜ਼ਾਨੇ 'ਚ ਆਉਣੀ ਚਾਹੀਦੀ। ਮੈਂ ਪਾਪੀ ਮਾਰ ਕੇ ਵੀ ਰਾਜੀ ਨਹੀਂ, ਪਾਪ ਮਾਰਨਾ। 2000 ਤਰੀਕੇ ਹੈ ਕਮਾਈ ਕਰਨ ਦੇ, ਸਮਝੋ ਮੇਰੀ ਗੱਲ। 2002 'ਚ ਤਾਮਿਲਨਾਡੂ 3000 ਕਰੋੜ ਰੁਪਏ ਕਮਾਉਂਦਾ ਸੀ ਸ਼ਰਾਬ ਤੋਂ। ਸਟੇਟ ਦੇ ਐਕਸਚੇਕਰ ਨੂੰ 3000 ਆਉਂਦਾ ਸੀ ਤੇ ਪੰਜਾਬ ਦਾ 2.5। ਹਾਂਜੀ, ਅੱਜ ਤਾਮਿਲਨਾਡੂ 35000 ਕਰੋੜ ਰੁਪਏ ਕਮਾਉਂਦਾ ਹੈ ਤੇ ਅਸੀਂ 3.5। ਗਵਰਨਮੈਂਟ ਓਨਡ ਹੈ ਸਾਰਾ। ਇਹ ਨਹੀਂ ਜਿਹਨੇ ਥੋਕਾ ਡਿਸਟਿਲਰੀ ਖੋਲਤੀ। ਹਾਂਜੀ, 200 ਦੀ 1000 'ਚ ਵੇਚੀ, ਸਮਗਲਿੰਗ ਹੋ ਰਹੀ ਹੈ, ਐਕਸਾਈਜ਼ ਦੀ ਚੋਰੀ ਹੋ ਰਹੀ ਹੈ। ਇਹ ਨਹੀਂ ਹੈ। ਵੀ ਨੀਡ ਟੂ ਪਲੱਗ ਦਿਸ। ਜਦੋਂ ਇਹ ਪੈਸਾ ਸਟੇਟ ਦੇ ਖਜ਼ਾਨੇ 'ਚ ਆਉਂਦਾ 25000 ਕਰੋੜ ਰੁਪਏ ਔਰ ਖਪਤ ਦੁੱਗਣੀ, ਠੇਕੇ ਦੁੱਗਣੇ। ਤੁਸੀਂ ਇਹ ਦੇਖੋ ਨਾ, ਖਪਤ ਉਹਨਾਂ ਦੀ ਅੱਧੀ। ਤੇਲੰਗਾਨਾ 20000 ਕਰੋੜ। ਇਹ ਕਿੱਥੋਂ, ਕਿਵੇਂ? ਦੂਜੀ ਚੀਜ਼ ਸੈਂਡ, ਮਿਨੀਮਮ 2 ਤੋਂ 2500 ਕਰੋੜ ਰੁਪਏ। तेलंगाना
ਇੱਕ ਹਫ਼ਤੇ 'ਚ 47 ਕਰੋੜ, ਹੁਣ 50 ਕਮਾਉਣਾ, ਤੇ ਅਕਾਲੀ ਸਰਕਾਰ ਇੱਕ ਸਾਲ ਦੇ ਵਿੱਚ 40 ਕਰੋੜ ਕਿਵੇਂ ਕਰਾ ਕੇ ਗਈ। ਦੇਖੋ ਜੀ ਫਰਕ ਦੇਖੋ, ਸਾਡੇ 3 ਦਰਿਆ 1300 ਕਿਲੋਮੀਟਰ ਦਰਿਆ, ਲਿਖੋ 1300 ਕਿਲੋਮੀਟਰ ਦਰਿਆ ਚਿੱਟਾ ਰੇਤਾ, ਤੇ ਤੇਲੰਗਾਨਾ ਦੇ ਵਿੱਚ 300 ਕਿਲੋਮੀਟਰ ਦਰਿਆ ਪੱਸਰ ਸੈਨ। ਇਹਦਾ ਸਿਸਟਮ ਬਣਾਉਣਾ ਪੈਣਾ ਸਰ, ਇਹਦੀ ਕਾਰਪੋਰੇਸ਼ਨ ਬਣਾਉਣੀ ਪੈਣੀ ਹੈ, ਇਹਦੇ ਸਟਾਕਯਾਰਡ ਬਣਾਉਣੇ ਪੈਣੇ ਆ। 1 ਲੱਖ ਬੰਦਿਆਂ ਨੂੰ ਨੌਕਰੀ ਉਹ ਦਿੰਦੇ ਆ, ਤੇ 50 ਤੋਂ ਉੱਤੇ ਹਜ਼ਾਰ ਬੰਦਿਆਂ ਨੂੰ ਨੌਕਰੀ ਟੈਸਮੈਕ ਦਿੰਦੀ ਹੈ। ਹਾਂਜੀ, ਕੇਬਲ, ਇਹ ਕਹਿਣ ਨਾਲ ਵੀ ਕੇਬਲ 100 ਰੁਪਏ ਹੋ ਜੂ, ਹੋਗੀ ਦੱਸੋ, ਹੋਗੀ ਨਹੀਂ ਹੋਈ ਨਾ। ਸਵਾਲ ਇਹ ਹੈ ਕਿ ਸਟੇਟ ਨੂੰ ਕਿੰਨਾ ਪੈਸਾ ਆਉਂਦਾ। 2 ਕਰੋੜ ਟੈਲੀਵਿਜ਼ਨ ਸੈੱਟ ਨੇ ਅੱਜ ਪੰਜਾਬ 'ਚ, ਕਿਸੇ ਨੇ ਕਰਾਇਆ? ਜਿੱਦਾਂ ਗਰੀਬਾਂ ਦਾ ਨਹੀਂ ਪਤਾ ਉੱਦਾਂ ਟੈਲੀਵਿਜ਼ਨ ਸੈੱਟਾਂ ਦਾ ਵੀ ਨਹੀਂ ਪਤਾ, ਤੇ 50 ਰੁਪਏ ਲਓ ਉਹਨਾਂ ਤੋਂ। ਇਹ ਐਮਐਸਓ ਨੂੰ, ਜਿਹੜੇ ਸੁਖਬੀਰ ਵੇਲੇ ਦੇ, ਇਹਨੂੰ ਹੱਥ ਪਾਓ। ਮੈਂ ਲੈ ਕੇ ਆਇਆ ਸੀਗਾ ਐਂਟਰਟੇਨਮੈਂਟ ਟੈਕਸ 1 ਰੁਪਈਆ ਲੋਕਾਂ ਦੇ ਲਾ ਕੇ, ਮੈਂ ਕਿਹਾ ਮੈਂ ਹਜ਼ਾਰਾਂ ਕਰੋੜ ਦੀ ਸਰਵਿਸ ਟੈਕਸ ਦੀ ਚੋਰੀ ਕੱਢੂੰ ਇਹਦੇ ਕੰਪਿਊਟਰ ਨੂੰ ਹੱਥ ਪਾ ਕੇ। ਹੁਣ ਪਤਾ ਨਹੀਂ ਈਡੀ ਊਡੀ ਨੇ ਮਾਰੀ ਹੈ, ਰੱਬ ਜਾਣੇ ਕੀ ਹੈ ਕੀ ਨਹੀਂ ਹੈ। ਹਜ਼ਾਰਾਂ ਕਰੋੜ ਰੁਪਈਆ ਸਟੇਟ ਦਾ। ਤੇ ਮਹਾਰਾਜ ਜਦੋਂ ਤੁਸੀਂ ਕੰਪੀਟੀਸ਼ਨ ਕ੍ਰੀਏਟ ਕਰੋਗੇ, ਇਹਦੀ ਮੋਨੋਪੋਲੀ ਹੈ। ਇਹ ਤੇ ਗੁਰੂ ਦੀ ਬਾਣੀ ਵੀ ਇੱਕ ਚੈਨਲ ਤੇ ਚਲਾਉਂਦੇ ਆ, ਤੇ ਵੱਡੇ ਵੱਡੇ ਚੈਨਲਾਂ ਨੂੰ ਇਹ ਕਹਿੰਦੇ ਆ ਵੀ ਸਾਡੀ ਇਹ ਫ੍ਰੀ ਕੇਬਲ ਪਾਈ ਹੋਈ ਹੈ, 3-4 ਕਰੋੜ ਰੁਪਏ ਦੇ ਨਹੀਂ ਤੇ ਕੱਟ ਦੇਾਂਗੇ। ਜੀ ਕਰਦਾ ਚਲਾਉਂਦੇ ਆ, ਜੀ ਕਰਦੇ ਨਹੀਂ ਚਲਾਉਂਦੇ, ਠੀਕ ਹੈ। ਸੋ ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਦੈਟ ਵੀ ਕ੍ਰੀਏਟ ਹੈਲਦੀ ਕੰਪੀਟੀਸ਼ਨ। ਕੰਪੀਟੀਸ਼ਨ ਤੁਸੀਂ ਕ੍ਰੀਏਟ ਕਰੋ, ਕੇਬਲ 400 ਤੋਂ 200 ਉਠਾ, ਤੇ ਸਟੇਟ ਨੂੰ ਘੱਟ ਤੋਂ ਘੱਟ 250 ਕਰੋੜ ਰੁਪਈਆ 1 ਮਹੀਨੇ ਦਾ ਸਾਹਿਬ। My question is, when the huge money is involved, Hanji? when huge money is involved in it, and the mafias are so strong, can you crush them? ਮੈਂ ਕਹਿੰਦਾ ਮੇਰੀ ਗੱਲ ਨੂੰ ਸੁਣੋ, ਕ੍ਰਸ਼ ਦੀ ਪਾਲਿਸੀ ਵਿਲ ਕ੍ਰਸ਼ ਹੈ। ਇਹ ਸਕੀਮਾਂ ਨਾਲ ਜੁਗਾੜਾਂ ਨਾਲ ਥੋੜਾ ਨਾ ਹੋਣਾ ਸਾਹਿਬ। It has already been crushed in Tamil Nadu, in Telangana. There are states which have done it. There are states which have actually 1 ਲੱਖ ਕਰੋੜ ਦੀ ਉਹਨਾਂ ਨੇ ਡਿਵੈਲਪਮੈਂਟ ਕਰਾਤੀ ਸੈਂਟਰ ਦੀਆਂ ਸਕੀਮਾਂ 'ਚ ਪਾ ਕੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਿਆਣਾ ਕੌਣ ਹੈ? ਜਿਹੜਾ 30,000 ਕਰੋੜ ਰੁਪਈਆ ਸੈਂਟਰ ਨੂੰ ਦੇ ਕੇ 60,000 ਕਰੋੜ ਕਰਦਾ ਹੈ, ਜਾਂ ਜਿਹੜਾ ਕਰਜ਼ਾ ਲੈ ਕੇ ਕਰਜ਼ਾ ਦੇ ਸਰਕਾਰ ਚਲਾਉਂਦਾ ਹੈ? ਇਹੀ ਹੱਲ ਹੈ। ਜੇ ਕੋਈ ਬਿਹਤਰ ਹੱਲ ਦਊ ਮਗਰ ਤਰੂ ਨੀਵੇਂ ਥਾਵੇਂ ਪਾ ਦਿਓ। ਇਹ ਕਿਉਂ ਨਹੀਂ ਗੱਲ ਕਰਦੇ? ਬੇਸ਼ਰਮ ਆਦਮੀ ਨੇ ਆ ਤੁਹਾਡੇ ਇੱਥੇ ਵਾਲੇ, ਹੈ ਅਕਾਲੀ ਦਲ ਦਾ ਬੇਸ਼ਰਮ ਆਦਮੀ ਹੈ ਇਹ। ਇਹਨੂੰ ਪੁੱਛੋ ਵੀ ਤਾਂ 40 ਕਰੋੜ ਰੁਪਈਆ ਕਮਾਇਆ ਕਿ ਨਹੀਂ, ਕਰਾਇਆ ਕਿ ਨਹੀਂ? ਤੇਰੀ ਪਾਲਿਸੀ 'ਚ ਕਿਉਂ ਨਹੀਂ ਹੈ ਇਹ? ਕਿਉਂਕਿ ਇਹ ਖਾਣ ਵਾਲੇ ਇਹ ਨੇ। ਜਿਹੜਾ ਬੰਦਾ 200 ਮੀਟਰ ਦੇ ਪਹਾੜ ਖਾ ਗਿਆ ਹੋਵੇ ਰੇਤੇ ਦੇ, ਉਹ ਕਹੂਗਾ ਰੇਤੇ ਦੀ ਪਾਲਿਸੀ ਬਣਾਓ। ਜਿਹੜਾ 4 ਪੈਗ ਰਾਤ ਨੂੰ ਲਾਂਦਾ ਹੋਵੇ ਸਵੇਰੇ ਕਹੂ ਤੁਹਾਨੂੰ ਦਾਰੂ ਪੀਣਾ ਹਾਨੀਕਾਰਕ ਹੈ, ਕਹੂ। ਹਾਂਜੀ, ਸਿੱਧੂ ਸਾਹਿਬ ਇਸ ਰਿਲੇਟਡ ਸਵਾਲ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ 25 ਸਾਲ ਦੇ ਵਿੱਚ ਪੰਜਾਬ ਆਪ ਤੌਰ ਤੇ ਕੰਗਾਲ ਹੋ ਗਿਆ। ਨਹੀਂ ਤੁਹਾਡੇ ਸਾਹਮਣੇ ਦੱਸ ਰਿਹਾ, ਮੈਂ ਤਾਂ ਪ੍ਰੂਫ ਦੇ ਰਿਹਾ। ਕੋਈ ਚੈਲੰਜ ਕਰੇ ਮੈਨੂੰ? ਮੇਰੀ ਇੱਕ ਮਿੰਟ, ਜਸਟ ਮਿੰਟ। ਮੇਰਾ ਸਵਾਲ ਇਹ ਹੈ ਕਿ ਜੇ ਆਪਾਂ ਫਾਈਨੈਂਸ਼ੀਅਲੀ ਤੌਰ ਤੇ ਇੱਕ ਡਾਕਟਰ ਜੇ ਕਾਬਲ ਹੀ ਨਹੀਂ ਤਾਂ ਆਪਾਂ ਉਹ ਦੂਜੇ ਡਾਕਟਰ ਦੇ ਜਾਂਦੇ ਨਹੀਂ। ਪਰ ਜੇ ਜਿਹੜੇ ਸਾਡੀ ਗਵਰਨਮੈਂਟ ਦੇ ਵਿੱਚ ਫਾਈਨਾਂਸ ਮਿਨਿਸਟਰ ਸੀ, ਮੋਦੀ ਸਰਕਾਰ ਦੇ ਵਿੱਚ ਵੀ ਫਾਈਨਾਂਸ ਮਿਨਿਸਟਰ, ਤੁਸੀਂ ਪੰਜਾਬ ਦੇ ਪ੍ਰਧਾਨ ਹੋ, ਆਪਾਂ ਐਲੀਗੇਸ਼ਨ ਕਿਸ ਤੇ ਲਾ ਰਹੇ ਹਾਂ? ਮੈਂ ਕਿਸੇ ਤੇ ਐਲੀਗੇਸ਼ਨ ਨਹੀਂ ਲਾ ਰਿਹਾ। ਮੇਰੀ ਲੜਾਈ ਕਿਸੇ ਇੰਡੀਵਿਜੂਅਲ ਨਾਲ ਨਹੀਂ ਭਾਜੀ। ਮੈਂ ਜਵਾਬ ਦੇ ਰਿਹਾ। ਮੈਂ ਤੁਹਾਨੂੰ ਠੀਕ ਨਾ ਲੱਗੇ ਮੈਂ ਦੁਬਾਰਾ ਦੂੰ ਭਾਜੀ। ਮੈਂ ਦੇਖੋ, ਮੈਂ ਕਿਸੇ ਤੋਂ ਭੱਜਦਾ ਨਹੀਂ। ਮੇਰੇ ਕੋਲ ਭੱਜਣ ਨੂੰ ਕੋਈ ਸਕੋਪ ਹੀ ਹੈ ਨਹੀਂ। ਮੈਂ ਤਾਂ ਖੁੱਲੀ ਕਿਤਾਬ ਆ, ਤੁਹਾਡੇ ਸਾਰਿਆਂ ਦੇ ਜਵਾਬ ਦੇ ਕੇ ਜਾਊਂ, ਫੇਰ ਜਾਊਂਗਾ। ਮਤਲਬ ਹੀ ਨਹੀਂ ਜੇ ਮੈਂ ਚਲਾ ਜਾ। ਦੇਖੋ, ਇਹ ਲੜਾਈ ਇੰਡੀਵਿਜੂਅਲ ਦੇ ਨਾਲ ਨਹੀਂ ਹੈ, ਇੱਕ ਸਿਸਟਮ ਨਾਲ। ਸਿਸਟਮ ਕੀ ਕਰਦਾ? ਸਿਸਟਮ ਨੇ ਪਾਵਰ ਸੈਂਟਰਲਾਈਜ਼ ਕਰਤੀ, 100 ਪਰਿਵਾਰਾਂ ਨੂੰ ਅਮੀਰ ਕਰਤਾ। ਇਹ 3 ਲੱਖ ਕਰੋੜ ਰੁਪਈਆ ਜਿਹੜਾ ਪੰਜਾਬ ਤੇ ਕਰਜ਼ਾ ਡਾਇਰੈਕਟਲੀ ਪ੍ਰਪੋਰਸ਼ਨਲ ਉਹਨਾਂ ਦੀ ਜੇਬ 'ਚ ਗਿਆ। ਉਹ 100 ਪਰਿਵਾਰਾਂ ਦੀ, ਤੁਹਾਨੂੰ ਵੀ ਪਤਾ। ਉਹਨਾਂ ਨੂੰ 2 ਚੀਫ ਮਿਨਿਸਟਰ ਚਲਾਉਂਦੇ ਰਹੇ, 2 ਚੀਫ ਮਿਨਿਸਟਰ ਚਲਾਉਂਦੇ ਰਹੇ ਆ। ਆਪ ਖੁਦ ਅਮੀਰ ਹੁੰਦੇ ਗਏ ਆ। ਮੈਨੂੰ ਇੱਕ ਪੋਲੀਟੀਸ਼ੀਅਨ ਦੱਸੋ ਸਰ ਇਹਨਾਂ 'ਚੋਂ, ਇਹਨੂੰ ਇਹ ਪੁੱਛੋ, ਸੁਖੇ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਇਹਨੂੰ ਇਹ ਪੁੱਛੋ ਕਿ ਤੇਰੇ ਕਿਸੇ ਹੋਟਲ ਤੇ ਇਹ ਕਰਜ਼ਾ ਹੋਵੇ, ਤੇਰੇ ਕਿਸੇ ਮਕਾਨ ਤੇ ਇਹ ਕਰਜ਼ਾ ਹੋਵੇ, ਤੇ ਤੂੰ ਤੇਰੀਆਂ ਔਰਬਿਟ ਬੱਸਾਂ ਕਿਵੇਂ ਪ੍ਰੋਫਿਟ 'ਚ ਚੱਲਦੀਆਂ ਨੇ, ਤੇਰੇ ਹੋਟਲ ਕਿਵੇਂ ਪ੍ਰੋਫਿਟ ਚੱਲਦੇ ਨੇ, ਤੇ ਪੰਜਾਬ ਦੇ ਹੋਟਲ ਸਾਰੇ ਮਰ ਕਿਵੇਂ ਗਏ, ਤੇ ਰਾਜਾ ਵੜਿੰਗ ਅੱਜ ਕਿਉਂ 2 ਮਹੀਨਿਆਂ ਦੇ ਵਿੱਚ ਪੋਜ਼ਿਟਿਵ ਕਰ ਗਿਆ ਕਮਾਈ? ਸਰ ਤੁਸੀਂ ਮਤਲਬ ਯੂ ਸੀ ਦੀ ਮੈਗਨੀਚਿਊਡ ਆਫ ਦੀ ਥੈਫਟ, ਦੀ ਮੈਗਨੀਚਿਊਡ ਆਫ ਦੀ ਥੈਫਟ ਕੈਨ ਕਮ ਥਰੂ ਅ ਪਾਲਿਸੀ। 1.5 ਰੁਪਏ ਟੈਕਸ ਜ਼ਿਆਦਾ ਟੁੱਟੀਆਂ PRTC ਦੀਆਂ ਬੱਸਾਂ ਤੇ ਕਿਲੋਮੀਟਰ ਪਰ, ਤੇ 1.5 ਰੁਪਏ ਟੈਕਸ ਘੱਟ
ਇਹਦੀਆਂ ਏਸੀ ਵਾਲਵੋ ਦੀਆਂ ਬੱਸਾਂ ਤੇ ਇਹਦੀਆਂ ਏਸੀ ਵਾਲਵੋ ਦੀਆਂ ਬੱਸਾਂ ਦਿੱਲੀ ਨੂੰ ਜਾਂਦੀਆਂ ਨੇ ਸਿੱਧੀਆਂ 에ਅਰਪੋਰਟ ਨੂੰ, ਤੇ ਕੇਜਰੀਵਾਲ ਕਹਿੰਦਾ ਵੈਲਕਮ। ਤੇ ਪੀਆਰਟੀਸੀ ਦੀ ਕੇਜਰੀਵਾਲ ਕਿਉਂ ਨਹੀਂ ਕਹਿੰਦਾ ਵੀ ਸ਼ਰਾਬ ਚੋਂ ਮੈਂ 25,000 ਕਰੋੜ ਦਊਂ, ਕਿਉਂਕਿ ਪ੍ਰਾਈਵੇਟਾਈਜ਼ ਕਰਤੀ। ਕਿਹਨੂੰ ਪ੍ਰਾਈਵੇਟਾਈਜ਼ ਕੀਤੀ ਹੈ? ਮੈਂ ਠੋਕ ਕੇ ਕਹਿਣਾ ਕਿ ਉਹਨੇ ਦੀਪ ਮਲਹੋਤਰਾ ਬਲੈਕ ਲਿਸਟਡ ਇੱਥੇ ਦੇ ਜਿਹੜੇ ਸ਼ਰਾਬ ਦੇ ਉਹ ਸੀਗੇ, ਜਿੱਥੇ 2 ਜ਼ੋਨਾਂ ਦੇ ਵਿੱਚ ਪਾਲਿਸੀ ਸੀਗੀ ਉਹਨੂੰ ਤੋੜ ਕੇ ਪਾਲਿਸੀ 4 ਜ਼ੋਨਾਂ ਦੇ ਵਿੱਚ ਦਿੱਤੀ। ਇਹ ਕਿਹੜੇ ਮੂੰਹ ਨਾਲ ਆ ਕੇ 4.5 ਸਾਲ ਬਾਅਦ ਇੱਥੇ ਸ਼ਗੂਫੇ ਛੱਡਦੇ ਆ? ਹਾਂਜੀ, ਇਹਨੂੰ ਪੁੱਛੋ ਕਿ ਤੂੰ 8 ਲੱਖ ਨੌਕਰੀ ਕਹੀ ਸੀ, 440 ਦਿੱਤੀਆਂ ਆਰਟੀਆਈ ਕਹਿੰਦੀ ਹੈ। ਜਦੋਂ ਤੂੰ ਮੁੱਖ ਮੰਤਰੀ ਬਣਿਆ ਉਦੋਂ 7,000 ਟੀਚਰਾਂ ਦੀ ਵੈਕੈਂਸੀ ਸੀ, ਅੱਜ 19,000 ਟੀਚਰਾਂ ਦੀ ਵੈਕੈਂਸੀ ਹੈ। 15 ਦਿਨਾਂ ਦੇ ਕੰਟਰੈਕਟ ਦੇ ਉੱਤੇ ਕੰਮ ਕਰਾਉਂਦਾ ਜੀ ਟੀਚਰਾਂ ਤੋਂ, 15 ਦਿਨਾਂ ਦੇ ਕੰਟਰੈਕਟ ਤੇ 1000 ਰੁਪਈਆ ਤੂੰ ਇੱਥੇ ਲੋਲੀਪੌਪ ਕਿਉਂ? ਇਲੈਕਸ਼ਨ ਦਾ ਸੀਜ਼ਨ ਹੈ ਤਾਂ ਕਰ ਗਿਆ ਤੂੰ? ਆਪਣੇ ਕਿਤੇ ਦਿੱਲੀ 'ਚ ਦਿੱਤੀ ਹੈ? 2002 ਦੇ ਵਿੱਚ, ਆਈ ਐਮ ਸੇਇੰਗ ਇਟ, 2002 ਦੇ ਵਿੱਚ ਸਰਪਲਸ ਸਟੇਟ ਸੀ ਦਿੱਲੀ, ਸ਼ੀਲਾ ਦੀਕਸ਼ਿਤ ਮੈਡਮ ਕਰਕੇ ਦੇ ਕੇ ਗਈ ਸੀ ਇਹਨਾਂ ਨੂੰ। ਹਾਂਜੀ, ਤੇ ਅੱਜ 20 ਕਹਿੰਦਾ ਕਾਲਜ ਬਣਾਉ, ਇੱਕ ਬਣਾਇਆ ਹੋਇਆ ਦੱਸੇ। ਹਾਂਜੀ, ਇੱਕ ਫਲਾਈਓਵਰ ਬਣਾਇਆ ਹੋਇਆ ਦੱਸੇ। ਫਿਰ ਪ੍ਰਦੂਸ਼ਣ ਦੀ ਗੱਲ ਕਰਦਾ ਇੱਥੇ, ਇਹ ਸਾਡੀ ਪਰਾਲੀ ਦੀ ਗੱਲ ਕਰਦਾ। ਮਹਾਰਾਜ ਪਹਿਲਾਂ 45 ਲੱਖ ਸਵਾਰੀ ਸੀ, 6,000 ਬੱਸਾਂ ਸੀਗੀਆਂ CNG ਦੀਆਂ। ਇਹਨੂੰ ਧਿਆਨ ਨਾਲ ਸੁਣਨਾ, CNG ਦੀਆਂ 6,000 ਬੱਸਾਂ ਸੀ, 45 ਲੱਖ ਸਵਾਰੀ ਸੀ। ਅੱਜ 29 ਤੋਂ 25 ਲੱਖ ਸਵਾਰੀ ਰਹਿ ਗਈ ਤੇ 3,000 ਬੱਸਾਂ ਰਹਿ ਗਈਆਂ। ਜਿਹੜੀ ਮੈਟਰੋ ਸ਼ੀਲਾ ਜੀ 3.5 ਫੇਜ਼ ਕੰਪਲੀਟ ਕਰ ਗਏ, 4 ਨਹੀਂ ਹੋਏ ਤੋਂ ਕੰਪਲੀਟ। ਗੱਲਾਂ ਕਰਦਾ, ਬਿਜਲੀ ਦੀ ਗੱਲ ਕਰਦਾ। ਅਸੀਂ 7,000 ਕਰੋੜ ਰੁਪਈਆ ਕਿਸਾਨਾਂ ਨੂੰ ਸਬਸਿਡੀ ਦਿੰਦੇ ਆ। ਇਹਨੂੰ ਪੁੱਛੋ ਕਿ ਕੀ ਦਿੰਦਾ ਤੂੰ ਕਿਸਾਨਾਂ ਨੂੰ? 4 ਖੇਤ ਨਹੀਂ ਤੇਰੇ ਕੋਲ, ਕੀ ਤੇਰਾ ਇਰੀਗੇਸ਼ਨ ਦਾ ਖਰਚਾ ਹੈ? ਪੁਲਿਸ ਦਾ ਖਰਚਾ ਵੀ 9,000 ਕਰੋੜ ਰੁਪਈਆ ਦਿੱਲੀ ਦੇ ਵਿੱਚ ਸੈਂਟਰ ਦੀ ਸਰਕਾਰ ਕਰਦੀ ਹੈ ਸਾਹਿਬ, ਤੇ ਇਹ ਗੱਲਾਂ ਕਰਦਾ ਮੇਰੇ ਨਾਲ। ਵੈਸੇ ਮੈਂ ਕਹਿੰਦਾ ਠੋਕ ਕੇ ਪਹੁੰਚਾਓ ਸੁਨੇਹਾ, ਬਿਠਾ ਮੇਰੇ ਨਾਲ। What I'm saying is, sir, very simple. We have to reverse this trend. ਇਹ ਕਿਉਂ ਭੁੱਲ ਕਰਦੀ ਹੈ ਪੰਜਾਬ ਦੇ ਲੋਕ? ਮੈਂ ਹੁਣ ਜਾਗਰੂਕ ਕਰਾਇਆ ਵੀ ਭਾਈ ਇਹ ਸਟੇਟ ਤੇ ਕਰਜ਼ਾ, ਇਹ ਸਟੇਟ ਤੇ ਕਰਜ਼ਾ ਨਹੀਂ ਸਰ, ਇਹ ਤੁਸੀਂ ਮੋੜ ਰਹੇ ਹੋ ਮਹਾਰਾਜ, ਇਹ ਤੁਸੀਂ ਮੋੜ ਰਹੇ ਹੋ ਤੇ ਇੱਕ ਗਰੀਬ ਮੋੜ ਰਿਹਾ। 220 ਕਰੋੜ ਰੁਪਈਆ ਡਾਇਰੈਕਟ ਟੈਕਸਸ ਦਾ ਜਾਂਦਾ, ਜਿਹੜਾ ਇਨਕਮ ਟੈਕਸ ਵੱਡੇ ਲੋਕ ਪੇ ਕਰਦੇ ਆ ਸਰ, ਠੀਕ ਹੈ। ਤੇ ਜਿਹੜਾ ਇੰਡਾਇਰੈਕਟ ਟੈਕਸ ਹੈ 51,000 ਕਰੋੜ ਰੁਪਈਆ ਗਰੀਬ ਦੇ ਰਿਹਾ ਮਹਾਰਾਜ। ਤੇਲ ਤੇ ਟੈਕਸ, ਡੀਜ਼ਲ ਤੇ ਟੈਕਸ, ਰੇਤਾ 3,500 ਰੁਪਈਆ। ਕਿੱਥੇ ਅਖਬਾਰ? ਨਹੀਂ ਜਰਾ ਯਾਰ, ਨਹੀਂ ਜਰਾ ਅਖਬਾਰ ਕਿੱਥੇ? ਲੈ ਯਾਰ ਮੰਗਾ ਜਰਾ ਇਹਦਾ ਟ੍ਰਿਬਿਊਨ, ਮੰਗਾ ਮਿੱਤਰਾ। ਕੀੜੀ 3,500, ਉਹ 4,500, 1000 'ਚ ਹੋਣਾ ਚਾਹੀਦਾ ਹੈ। ਤੁਸੀਂ ਪਾਲਿਸੀ ਨਾਲ ਲਿਆਓਗੇ ਨਾ, ਬਜਟਰੀ ਐਲੋਕੇਸ਼ਨ ਦੇ ਨਾਲ ਲਿਆਓਗੇ, ਤੁਸੀਂ ਹਵਾਈ ਚੀਜ਼ਾਂ ਨਾਲ ਲਿਆਓਗੇ। ਹਾਂਜੀ, you cannot. There is a research of 20 years, there is budgetary allocation before a policy is launched. Policy ਨਾਲ ਆਉ ਪੰਜਾਬ ਵਾਪਸ, ਇਹ ਸ਼ਗੂਫੀਆਂ ਨਾਲ ਨਹੀਂ ਆਉ। Sir, but what stops you to implement? I am not administrative power, brother. The government is I am not ਇਹ ਕੌਣ ਕਹਿੰਦਾ ਸੀਗਾ ਵੀ ਟੈਰਿਫ ਡਾਊਨ ਕਰੋ? ਅੱਜ ਤੋਂ 8 ਮਹੀਨੇ ਪਹਿਲਾਂ ਦੇਖੋ ਕੌਣ ਕਹਿੰਦਾ ਸੀਗਾ ਵੀ ਟੈਰਿਫ ਡਾਊਨ ਕਰੋ, PIL ਪਾਓ, ਪਬਲਿਕ ਇੰਟਰਸਟ ਦੇ ਵਿੱਚ ਟੈਰਿਫ ਨੂੰ ਡਾਊਨ ਕਰੋ ਔਰ ਬਿਜਲੀ ਦੇ ਰੇਟ ਘਟਾਓ ਪਬਲਿਕ ਇੰਟਰਸਟ ਦੇ ਵਿੱਚ। ਕੀਤਾ। ਲੇਕਿਨ ਮੈਂ ਇਹ ਕਹਿੰਦਾ ਕਿ ਪੰਜਾਬ ਦੇ ਲੋਕਾਂ ਦੀ ਅਸਲੀ ਡਿਮਾਂਡ ਇਹ ਆ ਵੀ ਸਾਨੂੰ 3 ਰੁਪਏ ਡੋਮੈਸਟਿਕ ਤੇ 6 ਰੁਪਏ ਇੰਡਸਟਰੀ ਨੂੰ ਤੁਸੀਂ ਬਿਜਲੀ ਦਿਓ, ਪਰ 24 ਘੰਟੇ ਤਾਂ ਦਿਓ। You don't have the administrative control, but you are the president of the party. Whatever I say as president of the party, half the things have been met in almost 2.5 months, but I am not satisfied. I want all to be implemented. I want ਕਿ ਜਿਹੜੀ ਚੀਜ਼ ਅਸੀਂ ਅਨਾਉਂਸ ਕਰੀਏ ਕੋਈ ਵਾਅਦਾ ਖਿਲਾਫੀ ਨਾ ਹੋਵੇ, ਭਰੋਸੇ ਯੋਗਤਾ ਹੋਵੇ। ਇਹ ਸਰਕਾਰ ਸਾਹਿਬ ਭਰੋਸੇ ਯੋਗਤਾ ਤੇ ਬਣਨੀ ਹੈ, ਇਹ ਸਰਕਾਰ ਮੋਰਲ ਅਥਾਰਟੀ ਤੇ ਬਣਨੀ ਹੈ। ਸਿੱਧੂ ਕਿਉਂ ਬੋਲਦਾ ਤੇ ਸਿੱਧੂ ਦੇ ਅੱਗੇ ਕੋਈ ਚੀਂ ਕਿਉਂ ਨਹੀਂ ਕਰਦਾ? ਸਿੱਧੂ ਦੇ ਅੱਗੇ ਕੋਈ ਕੰਟਰਡਿਕਟ ਕਰਨ ਕਿਉਂ ਨਹੀਂ ਆਉਂਦਾ? ਕਿਉਂਕਿ ਸਿੱਧੂ ਕੋਲ ਮੋਰਲ ਅਥਾਰਟੀ ਹੈ, ਇਮਾਨਦਾਰੀ ਹੈ, ਔਰ ਸਿੱਧੂ ਦੇ ਕੋਲ ਪਾਲਿਸੀ ਹੈ। ਸਿੱਧੂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਇਹ ਹੁਣ ਦੱਸੋ, ਹੁਣ ਇਹ ਮੈਂ ਕਹਿ ਰਿਹਾ ਲੈ ਫਿਰ ਮੈਨੂੰ ਕਹਿ ਦਿੰਦੇ ਆ ਇਹ ਕੀ ਹੈ? ਇਹ ਹੋ ਨਹੀਂ ਸਕਦਾ ਸਰ, ਜਦ ਤੱਕ ਤੁਸੀਂ ਠੇਕੇਦਾਰੀ ਸਿਸਟਮ ਦੂਰ ਨਹੀਂ ਕਰੋਗੇ ਇਹ ਹੋ ਨਹੀਂ ਸਕਦਾ। ਯੂ ਹੈਵ ਟੂ ਮੇਕ ਅ ਕਾਰਪੋਰੇਸ਼ਨ, ਯੂ ਹੈਵ ਟੂ ਬ੍ਰਿੰਗ ਇਨ all the state resources under the state.
ਭਾਈ ਤਾਮਿਲਨਾਡੂ 'ਚ ਸ਼ਰਾਬ ਜਦੋਂ ਵਿਕਦੀ ਹੈ ਬੋਟਲ ਦੇ ਉੱਤੇ ਇੱਕ ਚਿਪ ਲੱਗੀ ਹੁੰਦੀ ਹੈ, ਅੱਧਾ ਕਿਲੋਮੀਟਰ ਬੋਟਲ ਜਾਂਦੀ ਹੈ, ਜੇ ਇੱਧਰ ਉੱਧਰ ਹੁੰਦੀ ਹੈ ਪਾੜਦੇ ਨੇ ਨਾਲ ਦੀ ਨਾਲ। ਇੱਥੇ ਘਰੇ 200 ਦੀ ਬਣਾਉਂਦੇ ਆ, ਉੱਤੇ ਲੇਬਲ ਲਾਉਂਦੇ ਆ, 2000 ਦੀ ਵੇਚ ਦਿੰਦੇ ਆ। Sir, how the Congress will convince the electors कि ਤੁਹਾਡੇ ਕੋਲ road map ਹੈ, देखो, vision ਹੈ, but it is not being implemented. ਲੋਕ The government is not listening to it. ਲੋਕ ਬੜੇ ਸਿਆਣੇ ਆ ਸਾਹਿਬ। ਪਹਿਲੀ ਗੱਲ ਤੇ ਮੈਂ ਹੀ ਨਹੀਂ ਗਵਾਹੀ ਭਰੂਗਾ, ਜੇ ਐਤਕੀ ਸਰਕਾਰ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਣਾਉਣੀ ਹੈ, ਸਿੱਧੂ ਨੂੰ ਨੀਹਾਂ 'ਚ ਚੁਣ ਦਿਓ, ਰੌਲਾ ਹੀ ਕੋਈ ਨਹੀਂ। ਪਰ ਜੇ ਸ਼ਗੂਫੇ ਦੇ ਕੇ ਸੱਤਾ 'ਚ ਆਉਣ ਲਈ ਸਰਕਾਰ ਬਣਾਉਣੀ ਹੈ, ਸਿੱਧੂ ਹੈ ਨਹੀਂ। ਕਲੀਅਰ? ਮੈਂ ਕਿਹਾ ਹਾਈ ਕਮਾਂਡ ਜੇ ਨਾ ਖੜੀ ਹੁੰਦੀ ਤੇ ਅੱਜ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੁੰਦਾ। ਮੇਰੀ ਗੱਲ ਨੂੰ ਸੁਣਨਾ ਨਾ, ਇਹੀ ਪ੍ਰਮਾਣ ਹੈ। ਦੇਖੋ ਮੈਂ ਹਾਈ ਕਮਾਂਡ ਦੀ ਗੱਲ ਮੰਨੂਗਾ, ਮੈਂ ਕਿਤੇ ਇਹ ਕਿਹਾ ਵੀ ਨਵਜੋਤ ਸਿੰਘ ਸਿੱਧੂ 1 ਇੰਚ ਰਾਹੁਲ ਗਾਂਧੀ ਤੋਂ ਤੇ ਪ੍ਰਿਯੰਕਾ ਗਾਂਧੀ ਤੋਂ ਪਿੱਛੇ ਹਟੇਗਾ? ਮੈਂ ਕਿਹਾ, ਕਿਉਂਕਿ ਮੈਂ ਇਹ ਜਾਣਦਾ ਔਰ ਮੈਂ ਇਹ ਮੰਨਦਾ ਕਿ ਨੇਕ ਨੇ, ਖਾਨਦਾਨੀ ਲੋਕ ਨੇ, ਦਿਲੋਂ ਡਿਵੈਲਪਮੈਂਟ, ਭਲਾ, ਵੈਲਫੇਅਰ ਸਟੇਟ ਕ੍ਰੀਏਟ ਕਰਨ ਵਾਲੇ ਲੋਕ ਨੇ। ਮੈਂ ਉਹਨਾਂ ਨੂੰ ਭ੍ਰਮਿਤ ਨਹੀਂ ਹੋਣ ਦਊਂਗਾ, ਨਾ ਪੰਜਾਬ ਦੇ ਲੋਕਾਂ ਨੂੰ ਭ੍ਰਮਿਤ ਹੋਣ ਦਊਂਗਾ, ਕਿਉਂਕਿ ਮੈਂ ਇੱਥੇ ਸੱਤਾ ਹਾਸਲ ਕਰਨ ਲਈ ਨਹੀਂ ਆਇਆ। ਮੈਨੂੰ ਇਹ ਕਿਹਾ ਗਿਆ ਸੀਗਾ ਵੀ ਕੁਰੂਕਸ਼ੇਤਰੋਂ ਇਲੈਕਸ਼ਨ ਲੜ ਲੈ, 3 ਵਾਰ ਦਾ ਮੰਤਰੀ ਹੁੰਦਾ ਮੈਂ, ਲੜ ਲਿਆ, ਫਿਰ ਐਮਪੀ ਗਿਰੀ ਛੱਡੀ। ਮੈਂ ਇਸ ਪਾਰਟੀ ਦੇ ਵਿੱਚ ਕੁਝ ਲੈਣ ਨਹੀਂ ਸੀ ਆਇਆ, ਰਾਜ ਸਭਾ ਛੱਡ ਕੇ ਆਇਆ ਸੀ। ਨਾ ਲਓ ਇੱਕ ਦਾ ਜਿਹਨੇ 6 ਸਾਲ ਦੀ ਰਾਜ ਸਭਾ ਛੱਡ ਕੇ ਪਾਰਟੀ ਨੂੰ ਜੁਆਇਨ ਕੀਤਾ ਹੋਵੇ, ਗੱਲ ਨੂੰ ਸਮਝ ਲਓ। ਲੈ ਇੱਥੇ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਆਇਆ ਸੀ। ਮੈਨੂੰ ਤੇ ਫੇਸ ਬਣਾਉਂਦੇ ਸੀ, ਅਹਿਮਦ ਪਟੇਲ ਸਾਹਿਬ ਹੁਣ ਰਹੇ ਜੀ, ਉਹ ਕਹਿੰਦੇ ਦਿੱਲੀ ਚੱਲ। ਮੈਂ ਕਿਹਾ ਜੇ ਮੈਂ ਦਿੱਲੀ ਜਾਣਾ ਹੁੰਦਾ ਫਿਰ ਮੈਂ ਉੱਥੋਂ ਕਿਉਂ ਆਇਆ ਸੀ? ਕੈਪਟਨ ਸਾਹਿਬ ਤੋਂ ਬਾਅਦ ਹੁਣ ਚੰਨੀ ਸਾਹਿਬ ਦੇ ਵੀ ਸਵਾਲ ਚੱਕੇ, ਜਿਵੇਂ ਕੇਵਲ ਮਾਫੀਆ ਜਾਂ ਯਾਰ ਤੈਨੂੰ ਲੱਗਦਾ ਵੀ ਇਹ ਕਿਸੇ ਇੰਡੀਵਿਜੂਅਲ ਤੇ ਸਵਾਲ ਚੱਕੇ ਆ? ਮੈਂ ਹੁਣੇ ਕਹਿ ਕੇ ਹਟਿਆ ਮਿੱਤਰਾ, ਸਿਸਟਮ। ਸਾਹਿਬ ਕਿਹਾ ਸੀ ਨਾ ਵੀ ਇਹ ਬਹੁਤ ਚੰਗਾ ਬੰਦਾ ਹੈ। ਮੈਂ ਉਦੋਂ ਕੀ ਕਿਹਾ ਸੀਗਾ ਕਿ ਭਾਈ ਜਿਹੜਾ 2 ਮੁੱਖ ਮੰਤਰੀਆਂ ਨੇ ਸਟੇਡੀਅਮ ਰੋਕ ਰੱਖਿਆ ਸੀ ਸਾਡਾ ਅੰਮ੍ਰਿਤਸਰ ਦਾ, ਤਾਰੀਫ ਕੀਤੀ ਕਿ ਨਹੀਂ ਕੀਤੀ? ਜਿਹੜਾ ਸਾਡਾ ਸਟੇਡੀਅਮ ਰੋਕ ਰੱਖਿਆ ਸੀ, ਸਾਡੇ 5 ਪੁਲ ਰੋਕ ਰੱਖੇ ਸੀ, ਇਹ ਲਕੀਰਾਂ ਮਟੇਨ ਦੀ ਜਿਹੜੀ ਨੈਗੇਟਿਵ ਪੋਲਿਟਿਕਸ ਹੈ, ਕ੍ਰੈਡਿਟ ਨਾ ਲੈਣ ਦੇਣਾ, ਇਹ ਪਹਿਲਾ ਮੁੱਖ ਮੰਤਰੀ ਹੈ। ਮੈਂ ਕਿਹਾ ਮੈਨੂੰ ਐ ਲੱਗਦਾ ਮੈਂ ਹੁਣ ਆਪੋਜੀਸ਼ਨ 'ਚ ਨਹੀਂ ਰਿਹਾ। ਤੇ ਉਦੋਂ ਬਾਅਦ ਜਿੱਥੇ ਕੋਈ ਗਲਤੀ ਕਰਦਾ ਠਾਂ ਦੇਣੇ, ਕਹਿਣਾ ਪਾਰਟੀ ਵੱਲੋਂ ਠਾਂ ਆ ਕਰੋ, ਆ ਕਰ ਮਹਾਰਾਜ, ਆ ਦੇਖ ਹੁਣ ਕੀ ਕਹਿਣਾ ਮੈਂ ਬਈ ਭਾਈ, ਜੇ ਅਸੀਂ ਕਿਹਾ ਰੇਤਾ ਇੰਨੇ ਨੂੰ ਵਿਕੂਗਾ, ਠੀਕ ਹੈ, ਤੇ ਵਿਕਣਾ ਚਾਹੀਦਾ ਨਾ ਉਹਨੂੰ, ਠੀਕ ਹੈ। ਮੇਰੀ ਗੱਲ ਨੂੰ ਸੁਣ, ਸੀਐਮ ਮੈਨੂੰ ਥੋੜਾ ਨਾ ਪੁੱਛੂਗਾ। ਸੀਐਮ ਆਪਦੇ ਫੈਸਲੇ ਆਜ਼ਾਦੀ ਨਾਲ ਹੀ ਲੈਂਦਾ, ਐਡਮਿਨਿਸਟ੍ਰੇਟਿਵ ਪਾਵਰ ਸਾਡੀ ਪਾਰਟੀ ਨੇ ਦਿੱਤੀ ਹੈ, ਮੈਂ ਰਿਸਪੈਕਟ ਕਰਦਾ। ਮੈਂ ਕਦੇ ਕਿਸੇ ਇੰਡੀਵਿਜੂਅਲ ਦੀ ਗੱਲ ਕੀਤੀ, ਕਦੇ ਕਿਸੇ ਦੀ ਗੱਲ ਕੀਤੀ? ਮੈਂ ਕਿਹਾ ਉਹ ਸਲਾਹ ਲਵੇ ਜਾਂ ਨਾ ਲਵੇ, ਉਹ ਇੱਕ ਰਿਸਪੌਂਸਿਬਲ ਆਦਮੀ ਹੈ, ਸਾਡਾ ਚੀਫ ਮਿਨਿਸਟਰ ਹੈ, ਇਸ ਗੱਲ ਦਾ ਸਤਿਕਾਰ ਹੈ। ਇਹ ਮੈਂ ਨਹੀਂ ਬਣਾਇਆ ਉਹਨੂੰ ਚੀਫ ਮਿਨਿਸਟਰ, ਇਹ ਬੜੇ ਲੋਕ, ਸਭ ਕੁਝ ਠੀਕ ਠਾਕ ਹੈ, ਔਰ ਇਹ ਬਿਲਕੁਲ ਸਭ ਕੁਝ ਠੀਕ ਠਾਕ ਹੈ। ਬੜੇ ਲੋਕ ਨੇ ਜਿਹੜੇ ਕਹਿੰਦੇ ਇਹ ਸਿੱਧੂ ਨੇ ਬਣਾਇਆ, ਬਿਲਕੁਲ ਸਿੱਧੂ ਨੇ, ਰਾਹੁਲ ਗਾਂਧੀ ਨੇ ਬਣਾਇਆ। ਨਰੂਆਣਾ ਰੈਲੀ 'ਚ ਇੱਕ ਵਾਰ ਵੀ ਨਾਮ ਮੁੱਖ ਮੰਤਰੀ ਉਹਨਾਂ ਦਾ ਤੁਸੀਂ ਨਹੀਂ ਬੋਲਿਆ। ਕਿਹੜਾ ਨਰੂਆਣਾ ਕਿਹੜਾ ਜੀ? ਮੇਰੀ ਗੱਲ ਨੂੰ ਸੁਣੋ, ਜਦੋਂ ਮੈਂ ਕਾਂਗਰਸ ਕਹਿਣਾ ਤੇ ਕਾਂਗਰਸ 'ਚ ਕੌਣ ਕੌਣ ਹੈ? ਹੁਣ ਤੁਸੀਂ ਕਹੋਗੇ ਮੈਂ ਰਾਹੁਲ ਗਾਂਧੀ ਜੀ ਦਾ ਨਾਂ ਨਹੀਂ ਲਿਆ, ਫਿਰ ਤੁਸੀਂ ਕਹੋਗੇ ਜੀ ਸੋਨੀਆ ਜੀ ਦਾ ਨਾਂ ਲਿਆ, ਫਿਰ ਤੁਸੀਂ ਕਹੋਗੇ ਜੀ ਮੈਂ ਜਿਹੜੇ 18 ਮੰਤਰੀ ਨੇ ਉਹਨਾਂ ਦਾ ਨਹੀਂ ਲਿਆ, ਫਿਰ ਤੁਸੀਂ ਕਹੋਗੇ ਜੀ ਮੈਂ ਜਿਹੜੇ ਐਮਐਲਏ ਨੇ ਉਹਨਾਂ ਦਾ ਨਹੀਂ ਲਿਆ, ਫਿਰ ਤੁਸੀਂ ਕਹੋ ਇਹ ਗੱਲ ਨਹੀਂ ਹੁੰਦੀ। ਜਦੋਂ ਮੈਂ ਕਾਂਗਰਸ ਕਹਿਣਾ, ਇੱਕ ਮਿੰਟ ਧਿਆਨ ਨਾਲ, ਜਦੋਂ ਮੈਂ ਕਾਂਗਰਸ ਕਹਿਣਾ, ਮੇਰਾ ਕੋਈ ਗਰੁੱਪ ਨਹੀਂ, ਮੈਂ ਕਿਸੇ ਦੇ ਮੁੰਡੇ, ਮੇਰਾ ਆਪਦਾ ਮੁੰਡਾ ਪਹਿਲੇ ਦਿਨ ਐਡਵੋਕੇਟ ਜਨਰਲ ਬਣਾਇਆ ਸੀ, ਅਸਤੀਫਾ ਦੇ ਕੇ ਚਲਾ ਗਿਆ, 40,000 ਕਮਾਉਂਦਾ, ਬਹੁਤ ਖੁਸ਼ ਹੈ। ਮੇਰੀ ਘਰ ਵਾਲੀ ਨੇ ਉਹ ਵੇਅਰ ਹਾਊਸਿੰਗ ਦੀ ਕਾਰਪੋਰੇਸ਼ਨ ਦਿੱਤੀ ਸੀ, ਮੈਂ ਇਹਨਾਂ ਨੂੰ ਕਿਹੜੇ ਮੂੰਹ ਨਾਲ ਕਹੂੰਗਾ ਪਰਿਵਾਰਵਾਦ? ਜੇ ਮੇਰੀ ਘਰ ਵਾਲੀ ਉਹ ਵੇਅਰ ਹਾਊਸਿੰਗ ਦੀ ਕਾਰਪੋਰੇਸ਼ਨ ਲੈ ਜਾਂਦੀ, ਮੈਂ ਭਗਾ ਮਾਰੀਆਂ ਨੇ। ਜਿਹੜਾ ਅਹੁਦਾ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦਾ, ਮੇਰੇ ਲਈ ਉਹ ਪੁੰਨ ਸਥਲੀ। ਬਠਿੰਡਾ ਸੀਟ ਤੋਂ ਨੇ ਪੀੜਤ ਹੈ ਜੀ, ਸਾਡੇ ਰਾਜਾ ਜੀ ਵੀ ਬੈਠੇ ਆ, ਕਿਉਂਕਿ ਲੋਕ ਸਭਾ ਦੇ ਵਿੱਚ ਉਦੋਂ ਇਹਨਾਂ ਨੂੰ ਨੁਕਸਾਨ ਝੱਲਣਾ ਪਿਆ। ਲਾਡੀ ਜੀ ਦੀ ਇਹ ਪੀੜਤ ਹੋਣ ਵਾਲਾ ਬੰਦਾ ਲੱਗਦਾ ਤੈਨੂੰ? ਇਹਨਾਂ ਦੀ ਟੱਕਰ ਖਜ਼ਾਨਾ ਮੰਤਰੀ ਨਾਲ ਹੈ, ਫਿਰ ਕੀ ਤੁਸੀਂ? ਦੇਖੋ ਮੇਰੀ ਗੱਲ ਨੂੰ ਸੁਣੋ, ਅਸੀਂ ਇੱਕ ਫੈਮਿਲੀ ਆ, ਪਰਿਵਾਰ। ਜੇ ਕੋਈ ਪਰਿਵਾਰ ਦੀ ਗੱਲ ਹੋਊ ਨਾ ਮਿੱਤਰ ਪਿਆਰੇ, ਅਸੀਂ ਬੰਦ ਦਰਵਾਜ਼ਿਆਂ ਦੇ ਵਿੱਚ, 4 ਦੀਵਾਰਾਂ ਦੇ ਵਿੱਚ ਕੋਈ ਦੂਰ ਕਰ ਲਾਂਗੇ, ਸਾਨੂੰ ਥੋੜੀ ਲੋੜ ਨਹੀਂ ਆ ਉਹ ਦੂਰ ਕਰਨ ਲਈ। ਲੇਕਿਨ ਮੈਂ ਇੰਨਾ ਜ਼ਰੂਰ ਕਹਿ ਦਿੰਦਾ ਕਿ ਐਜ਼ ਪ੍ਰਧਾਨ, ਇੱਕ ਫਾਦਰਲੀ ਫਿਗਰ ਹੁੰਦਾ ਪ੍ਰਧਾਨ, ਮੈਂ ਲਾਲੀ ਨਾਲ ਨਾ ਰਾਜੇ ਨਾਲ ਕੋਈ ਧੱਕਾ ਨਹੀਂ ਹੋਣ ਦਊਂਗਾ। ਦੂਜੀ ਗੱਲ, ਇਹ ਇਹੋ ਜਿਹਾ ਬੰਦਾ ਹੈ, ਇਹ ਜਿਹਾ ਧਾਕੜ ਬੰਦਾ ਹੈ, ਤੁਹਾਨੂੰ ਲੱਗਦਾ ਇਹਦੇ ਨਾਲ ਕੋਈ ਧੱਕਾ ਕਰ ਦੂ? ਫੇਰ ਤੇ ਇਹ 3 ਮਹੀਨੇ ਲਈ ਇਹਨੂੰ ਵਜ਼ਾਰਤ ਨਹੀਂ ਦਿੱਤੀ। ਫਿਰ ਹਰ ਸਟੇਜ ਤੇ ਕਿਉਂ ਰੋਸ ਜਤਾਉਂਦੇ ਆ ਜੀ? ਕੌਣ? ਰਾਜਾ ਜੀ ਵੀ ਮੈਂ ਕਿਤੇ ਰੋਸ ਨਹੀਂ ਜਤਾਇਆ। ਇਹਨੇ ਕੋਈ ਰੋਸ ਨਹੀਂ ਜਤਾਇਆ। ਅੱਜ ਵੀ ਕਿਹਾ ਜੀ ਵੀ ਆਪਣੇ ਵੱਲੋਂ ਜਿਹੜਾ ਨੁਕਸਾਨ ਕੀਤਾ। ਮੇਰੀ ਇੱਕ ਗੱਲ ਨੂੰ ਸੁਣੋ, ਮੇਰੀ ਗੱਲ ਨੂੰ ਸੁਣੋ,
ਇਹਦਾ ਅਧਿਕਾਰ ਹੈ। ਬੱਸ ਦੇ ਵਿੱਚ ਜਾਓ, ਮਿੱਤਰ ਪਿਆਰੇ ਉੱਤੇ ਲਿਖਣ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਤੇ ਕੋਈ ਇਹ ਨਿਆਣਾ ਥੋੜਾ ਨਾ ਸਿਆਣਾ ਯਾਰ, ਮੰਤਰੀ ਹੈ ਜੋ ਹੁਣ ਇਹਨੇ ਕਹਿਣਾ ਆਪਦੇ ਰੂਹ ਨਾਲ ਕਹਿਣਾ, ਮੈਂ ਜੋ ਕਹਿਣਾ ਮੇਰੀ ਰੂਹ ਨਾਲ ਕਹਿਣਾ। ਲੇਕਿਨ ਇੰਨਾ ਜ਼ਰੂਰ ਹੈ ਕਿ ਇਹ ਬੰਦਾ ਤਪ ਕੇ ਆਪਣੀ ਅਗਨੀ ਪ੍ਰੀਖਿਆ ਮੇਰੇ ਵੱਲੋਂ ਜੇ ਲਿਖਣਾ ਹੈ ਤੇ ਮੈਂ ਇਹ ਕਹਿਣਾ ਕਿ ਪਾਰਟੀ ਇਹ ਮੰਨਦੀ ਹੈ ਕਿ ਲਾਡੀ ਤਪ ਕੇ ਜਿਵੇਂ ਸੋਨਾ ਅਗਨੀ ਪ੍ਰੀਖਿਆ ਚੋਂ ਨਿਕਲਦਾ ਹੈ, ਆਪਦੀ ਮੈਲ ਖੋ ਦਿੰਦਾ ਤੇ ਕੁੰਦਨ ਬਣਦਾ। ਇਹ ਕੁੰਦਨ ਬਣ ਚੁੱਕਿਆ। ਸਿੱਧੂ ਸਾਹਿਬ ਇੱਕ ਆਪ ਆਗੂ ਨੇ ਰਾਘਵ ਚੱਡਾ ਨੇ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਉੱਤੇ, ਕਹਿੰਦੇ ਕਾਂਗਰਸ ਦੇ ਜਿਹੜੇ 4 ਮੰਤਰੀ ਸਾਡੇ ਨਾਲ ਸੰਪਰਕ 'ਚ ਸੀਗੇ, ਪਰ ਸਾਨੂੰ ਪਤਾ ਲੱਗਿਆ ਉਹ ਰੇਤ ਮਾਫੀ ਨਾਲ ਮਿਲੇ ਹੋਏ, ਇਸ ਨੂੰ ਪਾਰਟੀ ਸ਼ਾਮਿਲ ਨਹੀਂ। ਅੰਗੂਰ ਖੱਟੇ ਆ ਅੰਗੂਰ ਖੱਟੇ ਆ, ਕਿਉਂਕਿ 5-6 ਸਾਡੇ ਅਸੀਂ ਲੈ ਆਏ ਖਿੱਚ ਕੇ, ਰੂਬੀ ਆ ਗਈ, ਹੋਰ ਆ ਗਿਆ, ਫਲਾਨਾ ਆ ਗਿਆ, ਧਮਕਾਣਾ, ਇਸ ਕਰਕੇ ਧੂੜ 'ਚ ਟੱਟੂ ਉਡਾ ਦਿਓ, ਜਿੰਨਾ ਮਰਜ਼ੀ ਉਡਾ ਲਓ। ਇਹਦਾ ਹੁਣ ਕੀ ਮੈਂ ਪ੍ਰੂਫ ਲੱਭ ਕੇ ਲਿਆਵਾਂ? ਇਹ ਤੇ ਚੱਡਾ ਸਾਹਿਬ ਹੀ ਦੱਸ ਸਕਦੇ ਆ। ਕਿਸਾਨ ਆਗੂ ਨੇ ਚੋਣ ਲੜਨ ਦਾ ਐਲਾਨ ਕਰ ਮੇਰੀ ਗੱਲ ਨੂੰ ਸੁਣ ਮਿੱਤਰ ਪਿਆਰੇ, ਪਿਛਲੀ ਵਾਰ ਉਹ ਕਹਿੰਦੇ ਸੀਗੇ 100 ਸੀਟਾਂ ਆਉਂਦੀਆਂ, ਕਿੰਨੀਆਂ ਆਈਆਂ? ਕੁਕੜੀ ਦੇ ਫੰਗਾ ਵਾਂਗ ਖਿਲਰ ਗਿਆ ਝਾੜੂ ਹੈ। 10 ਉਧਰ ਨੂੰ ਆ ਗਏ, ਖਹਿਰਾ ਸਾਹਿਬ ਆ ਗਏ, ਉਹਨਾਂ ਦੇ ਨਾਲ 3 ਉਹ ਆ ਗਏ, ਆਮ ਆਦਮੀ ਪਾਰਟੀ 3-4 ਹੁਣ ਆਏ ਪਏ। ਸਾਡਾ ਕਿਹੜਾ ਗਿਆ ਓਏ? ਪੁੱਛੇ ਨਾ ਦੱਸ। ਇਹ ਗੱਲ ਨੂੰ ਸੁਣ ਲੈ। ਦੂਜੀ ਗੱਲ, ਐਤਕੀ ਤਾਂ ਹੈ ਉਹ ਤਾਂ ਅਸੀਂ ਕੱਢਿਆ, ਕਿਹਨੇ ਕਿਹਾ ਗਿਆ? ਤੇ ਚਲੋ ਬਾਹਰ ਚੱਲ, ਅਸੀਂ ਕੱਢਿਆ। ਉਹ ਕਹਿੰਦਾ ਸੀਗਾ ਸਿੱਧੂ ਲਈ ਦਰਵਾਜ਼ੇ ਬੰਦ, ਤੇ ਕੀ ਹੋਇਆ? ਮੈਂ ਨਾ ਗੇਰੀ ਗੱਲ, ਮੇਰੀ ਨਵਜੋਤ ਸਿੰਘ ਸਿੱਧੂ ਤੋਂ ਜਿਹੜੇ ਵਚਨਾਂ ਦੀ ਗੱਲ ਜਾਣਦੇ ਆ, ਉਹਨਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰੋਂ ਹੀ ਲੜੇਗਾ। ਸਿੱਧੂ ਸਾਹਿਬ ਇੱਕ ਅਫਸਰ ਵੈਸੇ TRP ਖਾਤਰ ਤੂੰ ਜੋ ਮਰਜ਼ੀ ਕਰ। ਸਿੱਧੂ ਸਾਹਿਬ ਇੱਕ ਅਫਸਰ ਸ਼ਾਹੀ ਛੁੱਟੀਆਂ ਲੈ ਕੇ ਜਾ ਰਹੇ ਨੇ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਵੀ ਪ੍ਰੈਸ਼ਰ ਪਾਇਆ ਜਾਵੇ। ਸੁਖਬੀਰ ਬਾਦਲ ਕੋਲ ਮੁੱਦਾ ਹੀ ਹੈ ਨਹੀਂ, ਬੇਅਦਬੀ ਮਾਮਲਾ ਉਹ ਪਤਾ ਕੀ ਕਹੇਗਾ? ਆਉਂਦਾ ਹੀ ਮੈਂ ਤੁਹਾਨੂੰ ਕਹਿਣਾ ਜਿਹੜੇ ਵੀ ਅਫਸਰ ਜਿਹੜੇ ਧੱਕਾਸ਼ਾਹੀ ਕਰਦੇ ਆ ਅਸੀਂ ਉਹਨਾਂ ਨੂੰ ਠੋਕਾਂਗੇ, ਬਸ ਇਹ ਕਹੇਗਾ। ਜਾਂ ਕਹੇਗਾ ਜਿਹੜੇ ਆ ਹੋਰ ਇਹਦੇ ਕੋਲ ਪੱਲੇ ਹੀ ਕੁਝ ਨਹੀਂ ਹੈ। ਡਾਇਨੋਸਾਰਾਂ ਦਾ ਨਾਮ ਸੁਣਿਆ ਜੀ? ਡਾਇਨੋਸਾਰ ਪਤਾ ਨਾ ਸਾਰੇ? ਡਾਇਨੋਸਾਰ ਮੁੜ ਜੰਮ ਕੇ ਦੁਬਾਰਾ ਧਰਤੀ ਤੇ ਆ ਸਕਦੇ ਆ। ਬਾਦਲ ਸਰਕਾਰ ਨਹੀਂ ਆਉਂਦੀ ਦੁਬਾਰਾ। ਹੱਸ ਲਓ ਪਰ ਛਾਪਿਓ ਇਹਨੂੰ। ਡਾਇਨੋਸਾਰ ਐਕਸਟਿੰਕਟ ਹੋਏ, ਦੁਬਾਰਾ ਧਰਤੀ ਤੇ ਆ ਸਕਦੇ ਆ, ਪੰਜਾਬ 'ਚ ਆ ਸਕਦੇ ਆ। ਪਰਮਾਤਮਾ ਉਹਨਾਂ ਨੂੰ ਮੁੜ ਸੁਰਜੀਤ ਕਰ ਸਕਦਾ ਹੈ। ਆ ਗਏ ਨਾ, ਇਹ ਨਹੀਂ ਆ ਸਕਦੇ ਪੰਜਾਬ 'ਚ। ਆਈ ਤੇ ਰੋਜ਼ ਕਹਿੰਦੇ ਆ ਯਾਰ ਇਹ ਤੇ ਜਿਉਂਦੇ ਵਸਦੇ ਰਹਿਣ, ਜਦ ਤੱਕ ਇਹ ਜੀਜਾ ਸਾਲਾ ਹੈ ਨਾ। ਸਾਡੀ ਸਰਕਾਰ ਜਾਂਦੀ ਕਿਤੇ ਨਹੀਂ।